ਅਮਰਿੰਦਰ ਸਿੰਘ ਦੀ ਕਪੈਸਿਟੀ ਬਾਰੇ ਡਾਊਟ ਨਹੀਂ ਹੈ, ਲੇਕਿਨ ਨੀਅਤ ਬਾਰੇ ਜ਼ਰੂਰ ਡਾਊਟ ਹੈਗੀ ਆ। ਕਿਉਂਕਿ ਕਈ ਵਾਰੀ ਕਈ ਬੰਦੇ ਇਦਾਂ ਦੇ ਹੁੰਦੇ ਆ ਜਿਨ੍ਹਾਂ ਕੋਲ ਖੁੱਲ੍ਹ ਕੇ ਕਹਿ ਹੀ ਕਿਉਂ ਨਹੀਂ ਦਿੰਦੇ ਕਿ ਬਾਦਲਾਂ ਨਾਲ ਰਲੇ ਹੋਏ ਨੇ ਕੈਪਟਨ ਅਮਰਿੰਦਰ ਸਿੰਘ? ਕੈਪਟਨ ਅਮਰਿੰਦਰ ਸਿੰਘ ਜੀ ਤੇ ਬਾਦਲ ਪਰਿਵਾਰ ਜਿਹੜਾ ਉਹ ਰਲੇ ਹੋਏ। ਸੋ ਮੈਨੂੰ ਤਾਂ ਇੱਕ ਤਾਂ ਅਕਾਲੀ ਦਲ ਤੇ ਹੈਰਾਨਗੀ ਇਸ ਗੱਲ ਦੀ ਆ ਕਿ ਉਹ ਇਸ ਗੱਲ ਦੀ ਖੁਸ਼ੀ ਕਾਹਦੀ ਮਨਾਉਂਦੇ ਆ। ਉਹਨਾਂ ਨੂੰ ਐਂ ਲੱਗਦਾ ਵੀ ਪਤਾ ਨਹੀਂ ਵੀ ਅਸੀਂ ਕਿੱਡਾ ਕੁ ਵੱਡਾ ਜਿਹੜਾ ਮੋਰਚਾ ਜਿੱਤ ਲਿਆ। ਦੇਖੋ ਅਸਲੀਅਤ ਇਹ ਆ ਕਿ ਉਹਨਾਂ ਦੇ ਸਮੇਂ ਤੇ ਹੋਇਆ ਸੀ, ਲੇਕਿਨ ਅਸੀਂ ਵੀ 4 ਸਾਲਾਂ ਦੇ ਵਿੱਚ ਜੋ ਡਿਲੀਵਰੀ ਕਰਨੀ ਚਾਹੀਦੀ ਸੀ ਉਹ ਨਹੀਂ ਕੀਤੀ। ਵਾਅਦੇ ਪੂਰੇ ਨਹੀਂ ਹੋਏ ਕੈਪਟਨ ਸਰਕਾਰ ਨੇ, ਇਹਨਾਂ ਨੂੰ ਹੁਣ ਪਾਰਟੀ ਛੱਡ ਦੇਣੀ ਚਾਹੀਦੀ ਹੈ ਕਾਂਗਰਸ। ਤੁਸੀਂ ਪਾਰਟੀ ਛੱਡੋਗੇ ਜਾਂ ਨਹੀਂ? ਦੇਖੋ ਜੋ ਕੰਟਰੀ ਦੇ ਹਾਲਾਤ ਆ ਉਹਦੇ ਵਿੱਚ ਕਾਂਗਰਸ ਦਾ ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਰਹਿਣਾ ਜ਼ਰੂਰੀ ਆ। ਮੈਂ ਤਾਂ ਇੱਥੋਂ ਤੱਕ ਵੀ ਕਿਹਾ, ਮੈਂ ਕਿਹਾ ਤੁਹਾਡੇ ਮੰਤਰੀ ਕਿਉਂ ਨਹੀਂ ਡਿਫੈਂਡ ਕਰ ਪਾ ਰਹੇ? ਤੁਸੀਂ ਕਦੀ ਇੰਟਰੋਸਪੈਕਸ਼ਨ ਵੀ ਕਰਵਾਈ ਆ? ਤੁਸੀਂ ਡਿਸਕਸ਼ਨ ਵੀ ਕੀਤੀ ਆ ਵੀ ਐਕਚੁਅਲ ਪ੍ਰੋਬਲਮ ਹੈ ਕਿ? ਸਾਡਾ ਸਰਵੇ ਜਿਹੜਾ ਹੈਗਾ ਅਸੀਂ ਪਿੰਡਾਂ ਵਿੱਚ ਜਾ ਕੇ ਕਰ ਰਹੇ ਹਾਂ ਸਰਵੇ, ਉਹ ਇਹ ਕਹਿੰਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਲੋਕ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ ਅਗਲਾ। ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਕੱਦਵਾਰ ਨੇਤਾ ਤੁਸੀਂ ਕਿਹਨੂੰ ਮੰਨਦੇ ਹੋ ਅੱਜ ਦੇ ਸਮੇਂ? ਸੁਨੀਲ ਜਾਖੜ ਜੋ ਕਾਂਗਰਸ ਦੇ ਪ੍ਰਧਾਨ ਹੈਗੇ ਨੇ ਪੰਜਾਬ ਕਾਂਗਰਸ ਦੇ, ਉਹਨਾਂ ਨੇ ਅਸਤੀਫਾ ਦਿੱਤਾ। ਸੁਖਜਿੰਦਰ ਸਿੰਘ ਰੰਧਾਵਾ ਨੇ ਅਸਤੀਫਾ ਦਿੱਤਾ, ਮਨਜ਼ੂਰ ਨਹੀਂ ਕੀਤਾ ਗਿਆ ਨਾ। ਤੇ ਲੋਕ ਇਹ ਸੋਚ ਰਹੇ ਨੇ ਕਿ ਸਭ ਕੁਝ ਡਰਾਮਾ ਹੋਇਆ। ਤੁਹਾਨੂੰ ਕੀ ਲੱਗਦਾ ਕਿ ਡਰਾਮਾ ਹੋਇਆ ਜਾਂ ਦਿਲੋਂ ਉਹਨਾਂ ਨੇ ਅਸਤੀਫਾ ਦਿੱਤਾ? ਦੇਖੋ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਟਿਆਲੇ ਤੋਂ ਜੇ ਚੋਣ ਲੜਨਾ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ ਆ ਕੇ ਲੜ ਸਕਦੇ ਨੇ, ਮੈਨੂੰ ਕੋਈ ਦਿੱਕਤ ਨਹੀਂ। ਨਾਲ ਹੀ ਉਹਨਾਂ ਨੇ ਇਹ ਵੀ ਕਹਿਤਾ ਕਿ ਨਵਜੋਤ ਸਿੰਘ ਸਿੱਧੂ ਸ਼ਾਇਦ ਆਮ ਆਦਮੀ ਪਾਰਟੀ ਵਿੱਚ ਜਾਣ ਬਾਰੇ ਵਿਚਾਰ ਕਰ ਰਹੇ ਨੇ। ਤੁਹਾਨੂੰ ਕੀ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਕਿਸ ਸੰਦਰਭ ਦੇ ਵਿੱਚ ਆਇਆ? ਮੈਨੂੰ ਲੱਗਦਾ ਦੇਖੋ ਇੱਦਾਂ ਦੀ ਗੱਲ ਕਰਨੀ ਨਹੀਂ ਚਾਹੀਦੀ। ਦੇਖੋ ਜੇ ਕੈਪਟਨ ਅਮਰਿੰਦਰ ਸਿੰਘ ਦੇ ਅਗੇਂਸਟ ਜੇ ਨਵਜੋਤ ਸਿੰਘ ਸਿੱਧੂ ਲੜਦੇ ਵੀ ਆ ਤਾਂ ਫਿਰ ਉਹ ਦੋਸ਼ੀਆਂ ਨੂੰ ਕਿਤੇ ਜਸਟਿਸ ਮਿਲ ਜਾਊਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਉੱਤੇ ਕੈਪਟਨ ਸਾਹਿਬ ਨੇ ਵੋਟਾਂ ਮੰਗੀਆਂ ਕਿ ਅਸੀਂ ਇਨਸਾਫ ਦਵਾਵਾਂਗੇ, ਇਨਸਾਫ ਉਹ ਹਾਲੇ ਤੱਕ ਨਹੀਂ ਦਵਾ ਸਕੇ ਤੇ ਹੁਣ ਦੁਬਾਰਾ ਚੋਣਾਂ ਆ ਰਹੀਆਂ ਨੇ। ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ 2022 ਵਿੱਚ ਇਸੇ ਮੁੱਦੇ ਉੱਤੇ ਦੁਬਾਰਾ ਵੋਟਾਂ ਮੰਗੀਆਂ ਜਾਣਗੀਆਂ। ਜੇ ਇਨਸਾਫ ਨਹੀਂ ਮਿਲਦਾ 2022 ਤੋਂ ਪਹਿਲਾਂ, ਤੁਹਾਨੂੰ ਲੱਗਦਾ ਕਿ ਕਾਂਗਰਸ ਦਾ ਵੱਡਾ ਨੁਕਸਾਨ ਹੋ ਸਕਦਾ ਹੈ? ਨੁਕਸਾਨ ਹੋਊਗਾ ਡੈਫੀਨੇਟਲੀ। ਕਿਸਾਨ ਅੰਦੋਲਨ ਦਾ ਪ੍ਰਭਾਵ ਸਿਆਸਤ ਉੱਤੇ ਨਜ਼ਰ ਆਊਗਾ 2022 ਦੇ ਵਿੱਚ? ਦੇਖੋ ਸਾਲ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ। ਕਿਸਾਨ ਅੰਦੋਲਨ ਚੱਲ ਰਿਹਾ। ਮੰਨਿਆ ਜਾ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ 5 ਉਂਗਲਾਂ ਘਿਓ ਦੇ ਵਿੱਚ ਨੇ, ਪਰ ਹੁਣ ਘਿਓ ਸੜਦਾ ਨਜ਼ਰ ਆ ਰਿਹਾ ਕਿਉਂਕਿ ਲੋਕ ਤਾਂ ਸਵਾਲ ਚੁੱਕ ਹੀ ਰਹੇ ਨੇ। ਹੁਣ ਵਿਧਾਇਕਾਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰਤੇ ਨੇ, ਖਾਸ ਤੌਰ ਤੇ ਕਾਂਗਰਸੀ ਵਿਧਾਇਕਾਂ ਨੇ। ਪ੍ਰਗਟ ਸਿੰਘ ਹੋਰਾਂ ਜੀ ਇਸ ਵੇਲੇ ਸਾਡੇ ਨਾਲ ਨੇ, ਕਾਂਗਰਸੀ ਵਿਧਾਇਕ ਨੇ ਜਲੰਧਰ ਕੈਂਟ ਤੋਂ। ਅੱਜ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਕਰਕੇ ਆਏ ਨੇ, ਮੁਲਾਕਾਤ ਕਰਕੇ ਆਏ ਨੇ। ਪ੍ਰਗਟ ਸਿੰਘ ਜੀ, ਕੀ ਗੱਲਬਾਤ ਹੋਈ ਮੁੱਖ ਮੰਤਰੀ ਨਾਲ? ਦੇਖੋ ਗੱਲ ਤਾਂ ਬੇਸਿਕਲੀ ਬੇਅਦਬੀਆਂ ਦੇ ਇਸ਼ੂ ਤੇ ਸੀ। ਇਹਦੇ ਵਿੱਚ ਵੀ 2 ਇਸ਼ੂ ਹੈਗੇ ਆ। ਇੱਕ ਹੈਗਾ ਜਿਹੜਾ ਲਾਅ ਐਂਡ ਆਰਡਰ ਦਾ, ਦੂਸਰਾ ਬੇਅਦਬੀਆਂ ਦਾ। ਅੱਛਾ, ਜੇ ਇਹਨੂੰ ਕੰਬਾਈਨ ਕਰਕੇ ਦੇਖੀਏ, ਬੇਸਿਕਲੀ ਦੇਖੋ 4 ਸਾਲਾਂ ਦੇ ਵਿੱਚ ਇਹ ਨਜ਼ਰ ਨਹੀਂ ਆਉਂਦਾ ਵੀ ਹਾਂ ਵੀ ਅਸੀਂ ਕਿਤੇ ਨਾ ਕਿਤੇ ਨੇੜੇ ਪਹੁੰਚੇ ਹੈਗੇ ਹਾਂ। ਸੋ ਇਸ ਕਰਕੇ ਹੀ ਇਹ ਸਾਰੀ ਸਮੱਸਿਆ ਹੈਗੀ। ਔਰ ਸਪੈਸ਼ਲੀ ਜਿਹੜੀ ਕੋਟਕਪੂਰੇ ਵਾਲੀ ਜਿਹੜੀ ਜੱਜਮੈਂਟ ਆਈ ਹੈਗੀ ਉਹਦੇ ਤੇ ਕਿੰਤੂ ਪਰੰਤੂ ਜਿਹੜਾ ਉਹਦੇ ਤੇ ਡਿਸਕਸ਼ਨ। ਲੇਕਿਨ ਉਦੋਂ ਵੀ ਪਹਿਲਾਂ ਮੈਂ ਸਮਝਦਾ ਕਿ ਜਿਹੜੀ ਅਸਲੀ ਜਿਹੜੀ ਸਮੱਸਿਆ ਦੀ ਜੜ ਹੈਗੀ ਆ ਉਹ ਬਾਬੇ ਰਾਮ ਰਹੀਮ ਨੇ ਜਿਹੜੀ ਪੋਸ਼ਾਕ ਗੁਰੂ ਗੋਬਿੰਦ ਸਿੰਘ ਵਾਲੀ ਪਾਈ ਸੀ, ਉਹਦੇ ਤੇ ਜਦੋਂ ਕੇਸ ਦਰਜ ਹੋਇਆ ਸੀ ਤਾਂ ਉਹ ਬੇਸਿਕਲੀ ਉੱਥੋਂ ਇਹ ਗੱਲ ਸ਼ੁਰੂ ਹੋਈ ਆ। ਉਹ ਕਦੀ ਉਹ ਕੈਂਸਲੇਸ਼ਨ ਹੋ ਗਈ, ਕਦੀ ਕੁਛ ਹੋ ਗਿਆ, ਕਦੀ ਕੁਛ ਹੋ ਗਿਆ, ਕਦੀ ਮਾਫੀ ਦੇ ਦਿੱਤੀ ਗਈ ਤੇ ਹੌਲੀ ਹੌਲੀ ਦੇਖੋ ਜਿਹੜਾ ਕ੍ਰਿਮੀਨਲ ਬੇਸਿਕਲੀ ਕ੍ਰਿਮੀਨੈਲਿਟੀ ਕਿੱਦਾਂ ਵੱਧਦੀ ਆ ਜਦੋਂ ਉਹਨੂੰ ਛੋਟੇ ਕ੍ਰਾਈਮ ਤੋਂ ਜਾਂ ਕਿਸੇ ਤਰ੍ਹਾਂ ਦੇ ਵੀ ਕ੍ਰਾਈਮ ਤੋਂ ਉਹਨੂੰ ਰਾਹਤ ਦੇ ਦਿੱਤੀ ਜਾਂਦੀ ਆ ਤਾਂ ਫਿਰ ਉਹਦਾ ਹੌਸਲਾ ਜਿਹੜਾ ਉਹ ਵੱਧਦਾ ਜਾਂਦਾ। ਔਰ ਉਹਦਾ ਸਬਸੀਕੁਐਂਟ ਇਹ ਹੋਇਆ ਕਿ ਉਹਦੇ ਵਿੱਚ ਫਿਰ ਬੇਅਦਬੀਆਂ ਹੋਈਆਂ, ਉਹਦੇ ਵਿੱਚ ਗੋਲੀ ਕਾਂਡ ਹੋਇਆ, ਉਹਦੇ ਵਿੱਚ ਜੋ ਵੀ ਹੋਇਆ ਆਪਣੇ ਸਾਰਿਆਂ ਦੇ ਸਾਹਮਣੇ ਆ। ਸੋ ਮੈਨੂੰ ਤਾਂ ਇੱਕ ਤਾਂ ਅਕਾਲੀ ਦਲ ਤੇ ਹੈਰਾਨਗੀ ਇਸ ਗੱਲ ਦੀ ਆ ਕਿ ਉਹ ਇਸ ਗੱਲ ਦੀ ਖੁਸ਼ੀ ਕਾਹਦੀ ਮਨਾਉਂਦੇ ਆ। ਉਹਨਾਂ ਨੂੰ ਐਂ ਲੱਗਦਾ ਵੀ ਪਤਾ ਨਹੀਂ ਵੀ ਅਸੀਂ ਕਿੱਡਾ ਕੁ ਵੱਡਾ ਜਿਹੜਾ ਮੋਰਚਾ ਜਿੱਤ ਲਿਆ। ਦੇਖੋ ਅਸਲੀਅਤ ਇਹ ਆ ਕਿ ਉਹਨਾਂ ਦੇ ਸਮੇਂ ਤੇ ਹੋਇਆ ਸੀ, ਲੇਕਿਨ ਅਸੀਂ ਵੀ 4 ਸਾਲਾਂ ਦੇ ਵਿੱਚ ਜੋ ਡਿਲੀਵਰੀ ਕਰਨੀ ਚਾਹੀਦੀ ਸੀ ਉਹ ਨਹੀਂ ਕੀਤੀ। ਸਾਡੇ ਤੇ ਵੀ ਕਿਤੇ ਨਾ ਕਿਤੇ ਉਹ ਹੀ ਸਵਾਲੀਆ ਨਿਸ਼ਾਨ ਆ। ਔਰ ਉਹਦਾ ਬੇਸਿਕ ਇਸ਼ੂ ਕਿੱਥੇ ਖੜਾ ਹੁੰਦਾ, ਲੋਕੀ ਇਹ ਸੋਚਦੇ ਆ, ਪਰਸੈਪਸ਼ਨ ਇਹ ਕ੍ਰੀਏਟ ਹੋ ਗਈ ਵੀ ਕੈਪਟਨ ਅਮਰਿੰਦਰ ਸਿੰਘ ਜੀ ਤੇ ਬਾਦਲ ਪਰਿਵਾਰ ਜਿਹੜਾ ਉਹ ਰਲੇ ਹੋਏ ਆ। ਪ੍ਰਗਟ ਸਿੰਘ ਜੀ, ਅਸੀਂ ਪਿੰਡਾਂ ਵਿੱਚ ਜਾ ਰਹੇ ਹਾਂ। ਪੰਜਾਬੀਆਂ ਦੇ ਮਨ ਕੀ ਬਾਤ ਪ੍ਰੋਗਰਾਮ, ਉਹਦੇ ਵਿੱਚ ਲੋਕਾਂ ਦੇ ਅਸੀਂ ਪੰਜਾਬੀਆਂ ਦੇ ਮਨ ਕੀ ਬਾਤ ਜਾਣਦੇ ਹਾਂ। ਹਰ ਕੋਈ ਇਹ ਕਹਿੰਦਾ ਕਿ
ਕੈਪਟਨ ਸਾਹਿਬ ਤੇ ਬਾਦਲ ਪਰਿਵਾਰ ਆਪਸ ਵਿੱਚ ਰਲੇ ਹੋਏ ਨੇ, ਤੁਹਾਨੂੰ ਕੀ ਲੱਗਦਾ ਹੈ? ਨਹੀਂ, ਮੈਂ ਤਾਂ ਇਹੀ ਗੱਲ ਕਹਿ ਰਿਹਾ, ਪਰਸੈਪਸ਼ਨ ਹੀ ਕ੍ਰੀਏਟ ਹੋ ਗਈ ਔਰ ਉਸ ਪਰਸੈਪਸ਼ਨ ਨੂੰ ਨਾਟ ਔਨ ਦਿਸ ਇਸ਼ੂ ਓਨਲੀ ਬਟ ਦੇਰ ਆਰ ਅਦਰਸ ਇਸ਼ੂਜ਼ ਆਲਸੋ, ਪਰ ਅੱਜ ਆਪਾਂ ਇਸ ਇਸ਼ੂ ਦੀ ਹੀ ਗੱਲ ਕਰਨੀ ਆ। ਸੋ ਇਹ ਜਿਹੜੀ ਪ੍ਰੋਬਲਮ ਹੈਗੀ ਆ, ਇਹ ਹੈਗੀ ਆ ਤੇ ਇਹਨੂੰ ਸਾਨੂੰ ਜਲਦੀ ਤੋਂ ਜਲਦੀ ਇਸ ਕਰਕੇ ਫਿਕਸ ਕਰਨ ਦੀ ਜ਼ਰੂਰਤ ਨਹੀਂ ਵੀ ਮੈਂ ਇਲੈਕਸ਼ਨ ਦੀ ਗੱਲ ਕਰਦਾ, ਇਸ ਕਰਕੇ ਫਿਕਸ ਕਰਨ ਦੀ ਜ਼ਰੂਰਤ ਹੈਗੀ ਆ ਵੀ ਜਿਹੜੇ ਬੰਦੇ ਐਗਰੀਵਡ ਹੈਗੇ ਆ, ਜਿਨ੍ਹਾਂ ਦੀਆਂ ਭਾਵਨਾਵਾਂ ਦਾ ਕਤਲ ਹੋਇਆ, ਜਿਨ੍ਹਾਂ ਬੱਚਿਆਂ ਦਾ ਕਤਲ ਹੋਇਆ, ਉਹਨਾਂ ਨੂੰ ਬੇਸਿਕਲੀ ਇਨਸਾਫ ਜਿਹੜਾ ਮਿਲਣਾ ਚਾਹੀਦਾ, ਕਿਉਂਕਿ ਜਦੋਂ ਕਿਸੇ ਨੂੰ ਵੀ ਸਜ਼ਾ ਹੋ ਜਾਂਦੀ ਆ ਤਾਂ ਫਿਰ ਉਹ ਜਿਹੜਾ ਪਰਿਵਾਰ ਹੁੰਦਾ ਉਹਨੂੰ ਇਹ ਲੱਗਣ ਲੱਗ ਪੈਂਦਾ ਵੀ ਸਾਨੂੰ ਹੁਣ ਇਨਸਾਫ ਹੋ ਗਿਆ, ਜਿਹੜੇ ਕੰਸਰਨਡ ਬੰਦੇ ਸੀ ਜਿਨ੍ਹਾਂ ਨੇ ਜਿੰਨਾ ਕ੍ਰਾਈਮ ਕੀਤਾ ਉਨੀ ਉਹਨੂੰ ਸਜ਼ਾ ਮਿਲ ਗਈ ਤੇ ਉਹਦੇ ਤੇ ਬੇਸਿਕਲੀ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ। ਪ੍ਰਗਟ ਸਿੰਘ ਜੀ, ਇਸ ਮੁੱਦੇ ਤੋਂ ਇਲਾਵਾ ਅਸੀਂ ਪੰਜਾਬ ਦੇ ਜੋ ਜਾਣਦੇ ਹਾਂ, ਵੱਡੇ ਜਿਹੜੇ ਵਾਅਦੇ ਕੀਤੇ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਉਹਨਾਂ ਵਿੱਚ ਇੱਕ ਵੱਡਾ ਵਾਅਦਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ ਹੈਗਾ ਸੀਗਾ। ਬਿਜਲੀ ਸਸਤੀ ਕਰਾਂਗੇ ਕਹਿੰਦੇ ਸੀਗੇ, ਅਕਾਲੀਆਂ ਨਾਲ ਜਿਹੜੇ ਸਮਝੌਤੇ ਹੋਏ ਨੇ ਐਗਰੀਮੈਂਟ ਉਹ ਅਸੀਂ ਰੱਦ ਕਰਾਂਗੇ, ਬਿਜਲੀ ਸਸਤੀ ਕਰ ਦਾਂਗੇ, ਹਰੇਕ ਘਰ ਦੇ ਵਿੱਚ ਨੌਕਰੀ, ਤੇ ਜੇ ਨੌਕਰੀ ਨਹੀਂ ਤਾਂ ਬੇਰੁਜ਼ਗਾਰੀ ਭੱਤਾ 25 ਰੁਪਏ, ਬੇਰੁਜ਼ਗਾਰਾਂ ਨੂੰ 25 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀਗਾ। ਬਹੁਤ ਸਾਰੇ ਵਾਅਦੇ ਸੀ, ਉਹ ਪੂਰੇ ਨਹੀਂ ਹੋਏ। ਲੋਕ ਜਵਾਬ ਮੰਗਣਗੇ ਤੁਹਾਡੇ ਤੋਂ, ਤੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਤੁਸੀਂ ਵੀ ਜਨਤਾ ਵਿੱਚ ਜਾਂਦੇ ਹੋ ਨਾ, ਅੱਜ ਦੁਬਾਰਾ ਕੀ ਤੁਸੀਂ ਕਾਂਗਰਸ ਵੱਲੋਂ ਚੋਣ ਲੜੋਗੇ? ਕਿਉਂ ਨਹੀਂ? ਦੇਖੋ, ਗੱਲ ਇਹ ਆ ਕਿ ਇਹ ਇਸ਼ੂ 2019 ਦੇ ਵਿੱਚ ਮੈਂ ਸਾਰੇ ਚੱਕੇ ਸੀ, ਪਰ ਇਹਨਾਂ ਤੇ ਅਲੱਗ-ਅਲੱਗ ਕਰਾਂਗੇ, ਕਿਉਂਕਿ ਮੈਂ ਵੀ ਹੁਣ ਹਫ਼ਤੇ 10 ਦਿਨਾਂ ਬਾਅਦ ਤੁਹਾਨੂੰ ਡੈਫੀਨੇਟਲੀ ਮਿਲ ਲਿਆ ਕਰੂੰਗਾ। ਲੇਕਿਨ ਐਟ ਦਾ ਸੇਮ ਟਾਈਮ ਅੱਜ ਜਿਹੜਾ ਇਸ਼ੂ ਹੈਗਾ, ਉਹ ਇਸ਼ੂ ਬੇਸਿਕਲੀ ਆਪਾਂ ਉਸੇ ਤੇ ਰੱਖੀਏ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ। ਜੀ, ਪੰਜਾਬ ਦੀ ਜਨਤਾ ਬਹੁਤ ਸਾਰੇ ਮੁੱਦਿਆਂ ਤੇ ਤੁਹਾਡੇ ਕੋਲ ਸਵਾਲ ਪਾਲਦੀ ਹੈ। ਡੈਫੀਨੇਟਲੀ ਮੈਂ ਉਹਦਾ ਵੀ ਇਕੱਲੇ ਦਾ ਜਵਾਬ ਦਊਂਗਾ, ਕਿਉਂਕਿ ਉਹਦਾ ਵੀ ਜਵਾਬ ਦੇਣਾ ਬਣਦਾ ਹੈਗਾ, ਕਿਉਂ ਨਹੀਂ ਹੋਇਆ, ਕਿੱਥੇ ਕਮੀਆਂ ਪੇਸ਼ੀਆਂ ਰਹਿ ਗਈਆਂ। ਡੈਫੀਨੇਟਲੀ ਜਦੋਂ ਜਾਣਾ, ਜਨਤਾ ਤੁਹਾਡੇ ਤੋਂ ਹੀ ਜਵਾਬ ਲੈਣਾ ਚਾਹੁੰਦੀ ਹੈ। ਉਹ ਕਹਿੰਦੇ ਨੇ ਕਿ ਜੋ ਪ੍ਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੇ, ਦੋਨੇ ਹੀ ਇਮਾਨਦਾਰ ਬੰਦੇ ਹੈਗੇ ਨੇ, ਤੁਹਾਡੇ ਤੋਂ ਪੂਰਾ ਭਰੋਸਾ ਕਰਦੇ ਨੇ, ਪਰ ਉਹ ਚਾਹੁੰਦੇ ਨੇ ਕਿ ਵਾਅਦੇ ਪੂਰੇ ਨਹੀਂ ਹੋਏ ਕੈਪਟਨ ਸਰਕਾਰ ਨੇ, ਇਹਨਾਂ ਨੂੰ ਹੁਣ ਪਾਰਟੀ ਛੱਡ ਦੇਣੀ ਚਾਹੀਦੀ ਹੈ ਕਾਂਗਰਸ। ਤੁਸੀਂ ਪਾਰਟੀ ਛੱਡੋਗੇ ਜਾਂ ਨਹੀਂ? ਦੇਖੋ ਜੋ ਕੰਟਰੀ ਦੇ ਹਾਲਾਤ ਆ, ਉਹਦੇ ਵਿੱਚ ਕਾਂਗਰਸ ਦਾ ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਰਹਿਣਾ ਜ਼ਰੂਰੀ ਆ। ਅਸੀਂ ਬੇਸਿਕਲੀ ਹਮੇਸ਼ਾ, ਮੇਰੀ ਇੱਕ ਕੋਸ਼ਿਸ਼ ਰਹੀ ਆ ਵੀ ਜੋ ਕੰਟਰੀ ਲਈ, ਜੋ ਸੂਬੇ ਲਈ, ਜੋ ਸਾਡੇ ਸਮਾਜ ਲਈ ਬੈਸਟ ਹੋ ਸਕਦਾ, ਕੋਈ ਹੋ ਸਕਦਾ ਇਸ ਗੱਲ ਤੇ ਸੋਚੇ ਚਾਹੇ ਨਾ ਸੋਚੇ, ਬਟ ਅੱਜ ਦੀ ਤਰੀਕ ਕਾਂਗਰਸ ਗਲੂ ਦਾ ਕੰਮ ਕਰ ਸਕਦੀ ਹਿੰਦੁਸਤਾਨ ਦੇ ਵਿੱਚ, ਕਿਉਂਕਿ ਜੋ ਮੋਦੀ ਸਰਕਾਰ ਨੇ ਕੀਤਾ, ਜੋ ਪਿਛਲੇ ਸਮਿਆਂ ਦੇ ਵਿੱਚ ਹੋਇਆ, ਉਹ ਸਭ ਨੂੰ ਕਿਸੇ ਨੂੰ ਬਹਿਸ ਕਰਨ ਦੀ ਜ਼ਰੂਰਤ ਨਹੀਂ, ਡਿਸਕਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਇਹ ਕੈਪਟਨ ਅਮਰਿੰਦਰ ਸਿੰਘ ਦਾ ਵੀ ਫਰਜ਼ ਬਣਦਾ, ਕਿਉਂਕਿ ਜਿਸ ਕਾਂਗਰਸ ਦੇ ਉਹ 2 ਵਾਰੀ ਚੀਫ ਮਿਨਿਸਟਰ ਰਹੇ ਆ, ਉਹਦੀ ਬੈਸਟ ਐਬਿਲਿਟੀ ਦੇ ਮੁਤਾਬਕ ਆਉਣ ਵਾਲੇ ਸਮੇਂ ਲਈ ਕੰਮ ਕਰਨ। ਮੈਂ ਤਾਂ ਇੱਥੋਂ ਤੱਕ ਵੀ ਕਿਹਾ, ਮੈਂ ਕਿਹਾ ਤੁਹਾਡੇ ਮੰਤਰੀ ਕਿਉਂ ਨਹੀਂ ਡਿਫੈਂਡ ਕਰ ਪਾ ਰਹੇ? ਤੁਸੀਂ ਕਦੀ ਇੰਟਰੋਸਪੈਕਸ਼ਨ ਵੀ ਕਰਵਾਈ ਆ? ਤੁਸੀਂ ਡਿਸਕਸ਼ਨ ਵੀ ਕੀਤੀ ਆ ਵੀ ਐਕਚੁਅਲ ਪ੍ਰੋਬਲਮ ਹੈ ਕਿੱਥੇ ਆ? ਕਿਉਂਕਿ ਮੈਂ ਤਾਂ ਜਿਹੜੇ ਵਿਧਾਇਕ ਆ, ਮੰਤਰੀ ਆ, ਉਹਨਾਂ ਨੂੰ ਵੀ ਕਹਿਣਾ ਹੁੰਦਾ, ਆਪਾਂ ਇੰਟਰਨਲ ਜਿਹੜੀ ਡੈਮੋਕ੍ਰੇਸੀ ਆ ਉਹ ਮੁਕਾਤੀ। ਅਸੀਂ ਹਮੇਸ਼ਾ ਇਹ ਕਹਿਣ ਲੱਗ ਪਏ ਨੇ ਵੀ ਸਰ, ਨਾ ਤੁਹਾਡੇ ਵਰਗਾ ਪੈਦਾ ਹੋਇਆ ਤੇ ਨਾ ਹੋਣਾ ਹੀ ਆ। ਅਸੀਂ ਤਾਂ ਆਉਣ ਵਾਲੇ ਸਮੇਂ ਲਈ ਈਵਨ ਕਿ ਇਹ ਵੀ ਗਰੰਟੀ ਕਰਿਆ ਆਉਂਦੇ ਆ ਉਦੋਂ, ਜਦੋਂ ਆਲੇ ਦੁਆਲੇ ਇਦਾਂ ਦੀਆਂ ਗੱਲਾਂ ਕਰਦੇ ਆ। ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। 4 ਸਾਲ ਤੁਸੀਂ ਕਾਂਗਰਸ ਦੇ ਵਿੱਚ ਬਿਤਾ ਲਏ, ਤੁਸੀਂ ਵਿਧਾਇਕ ਰਹੇ ਹੋ ਨਾ, ਤੇ ਆਖਰੀ ਸਾਲ ਗਿਆ ਤੁਹਾਡੇ ਕੋਲ, ਐਕਚੁਅਲ ਪ੍ਰੋਬਲਮ ਹੈ ਕਿੱਥੇ? ਤੁਹਾਡੇ ਕੋਲ ਮੈਂ ਜਾਣਨਾ ਚਾਹੁੰਦਾ, ਹੁਣ ਤੱਕ ਤੁਸੀਂ ਕਾਂਗਰਸ ਵਿੱਚ ਰਹਿ ਕੇ ਕੀ ਸਮਝੇ ਕਿ ਇਹ ਮਾਹੌਲ ਕਿਉਂ ਬਣ ਗਿਆ ਕਾਂਗਰਸ ਦੇ ਵਿਰੁੱਧ? ਦੇਖੋ, ਐਂਡ ਆਫ ਦਾ ਡੇ 2 ਚੀਜ਼ਾਂ ਹੁੰਦੀਆਂ, ਇੱਕ ਹੁੰਦੀ ਆ ਬੰਦੇ ਦੀ ਕਪੈਸਿਟੀ, ਇੱਕ ਬੰਦੇ ਦੀ ਹੁੰਦੀ ਨੀਤ। ਅਮਰਿੰਦਰ ਸਿੰਘ ਦੀ ਕਪੈਸਿਟੀ ਬਾਰੇ ਡਾਊਟ ਨਹੀਂ ਹੈ, ਲੇਕਿਨ ਨੀਅਤ ਬਾਰੇ ਜ਼ਰੂਰ ਡਾਊਟ ਹੈਗੀ ਆ, ਕਿਉਂਕਿ ਕਈ ਵਾਰੀ ਕਈ ਬੰਦੇ ਇਦਾਂ ਦੇ ਹੁੰਦੇ ਆ ਜਿਨ੍ਹਾਂ ਕੋਲ ਖੁੱਲ੍ਹ ਕੇ ਕਹਿ ਹੀ ਕਿਉਂ ਨਹੀਂ ਦਿੰਦੇ ਕਿ ਬਾਦਲਾਂ ਨਾਲ ਰਲੇ ਹੋਏ ਨੇ ਕੈਪਟਨ ਅਮਰਿੰਦਰ ਸਿੰਘ? ਸਮਝੇ ਨਹੀਂ ਬੇਸਿਕਲੀ। ਹੋਰ ਮੈਂ ਹੁਣ ਕੀ ਕਹਿ ਦੇਵਾਂ? ਲੋਕਾਂ ਦੀ ਪਰਸੈਪਸ਼ਨ ਹੈ। ਮੈਂ ਕਹਿੰਦਾ ਇੱਕ ਬੰਦੇ ਦੀ ਕਪੈਸਿਟੀ ਜੇ ਨਾ ਹੋਵੇ ਤੇ ਬੰਦਾ ਉਹਦੇ ਬਾਰੇ ਸੋਚਦਾ ਹੀ ਨਹੀਂ ਹੈ ਵੀ ਯਾਰ ਇਹਦੀ ਇੰਨੀ ਕੀ ਕਪੈਸਿਟੀ, ਇੰਨਾ ਕੀ ਕਰੂ। ਤੁਹਾਨੂੰ ਮੁੱਖ ਮੰਤਰੀ ਦੀ ਨੀਅਤ ਉੱਤੇ ਸ਼ੱਕ ਹੈਗਾ ਨਾ? ਕਪੈਸਿਟੀ ਤੇ ਨਹੀਂ ਸ਼ੱਕ ਹੈ, ਕਪੈਸਿਟੀ ਤੇ ਨਹੀਂ, ਨੀਅਤ ਉੱਤੇ ਸ਼ੱਕ ਹੈਗਾ। ਤੇ ਤੁਹਾਨੂੰ ਨੀਅਤ ਉੱਤੇ ਸ਼ੱਕ ਹੈਗਾ। 2022 ਵਿੱਚ ਦੁਆਰਾ ਚੋਣਾਂ ਹਾਰੀਆਂ ਨੇ, ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹਿੰਦੇ ਨੇ, ਤੁਸੀਂ ਉਹਨਾਂ ਦੀ ਅਗਵਾਈ ਦੁਆਰਾ ਚੋਣ ਲੜੋਗੇ? ਦੇਖੋ, ਅਲਟੀਮੇਟਲੀ ਜੇ ਇੰਪਰੂਵ ਕਰ ਲੈਣਗੇ, ਹੋ ਸਕਦਾ ਇੰਪਰੂਵ ਕਰ ਲੈਣ। ਦੇਖੋ, ਇਹ ਤਾਂ ਹੈ ਨਹੀਂ ਕਿ ਹਾਂ ਵੀ ਆਪਾਂ ਇਹ ਜਿਹੜੀ ਚੀਜ਼ ਹੈ ਇੰਪਰੂਵ ਨਹੀਂ ਹੋ ਸਕਦੀ। ਕਿਉਂ ਨਹੀਂ ਹੋ ਸਕਦੀ? ਜੀ ਮੈਂ ਤਾਂ ਇੱਕ ਪੋਜ਼ਿਟਿਵ ਹਾਂ ਪੱਖੀ ਇਨਸਾਨ ਆ ਵੀ ਯਾਰ ਇਹ ਹੋ ਕਿਉਂ ਨਹੀਂ ਸਕਦੀ। ਯੈਸ, ਜੇ ਮਿਹਨਤ ਕਰੀਏ ਤਾਂ ਵਾਈ ਨਾਟ, ਪਰ ਜੇ ਨਹੀਂ ਕਰਨੀ ਹੋਈ ਤਾਂ ਫਿਰ ਤਾਂ ਉਹਦਾ ਕੋਈ ਇਲਾਜ ਨਹੀਂ। ਜੀ, ਇੱਕ ਸਵਾਲ ਦਾ ਜਵਾਬ ਬੜੀ ਇਮਾਨਦਾਰੀ ਨਾਲ ਦਿਓ ਤੁਸੀਂ, ਕਿਉਂਕਿ ਜਨਤਾ ਵੀ ਤੁਹਾਡੇ ਤੋਂ ਜਾਣਨਾ ਚਾਹੁੰਦੀ ਹੈ।
ਸਾਡਾ ਸਰਵੇ ਜਿਹੜਾ ਹੈਗਾ ਅਸੀਂ ਪਿੰਡਾਂ ਵਿੱਚ ਜਾ ਕੇ ਕਰ ਰਹੇ ਹਾਂ ਸਰਵੇ, ਉਹ ਇਹ ਕਹਿੰਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਲੋਕ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ ਅਗਲਾ। ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਕੱਦਵਾਰ ਨੇਤਾ ਤੁਸੀਂ ਕਿਹਨੂੰ ਮੰਨਦੇ ਹੋ ਅੱਜ ਦੇ ਸਮੇਂ, ਕਿ ਜਿਹੜਾ ਇਹ ਬੰਦਾ ਆ ਗਿਆ ਤੈਨੂੰ ਵੋਟਾਂ ਪੈਣਗੀਆਂ? ਯਾਰ ਦੇਖੋ, ਮੈਂ ਡੈਮੋਕ੍ਰੇਸੀ ਦੀ ਡਿਫਰੈਂਟ ਪਿਕਚਰ ਸੋਚਦਾ। ਕੱਲਾ ਸੀਐਮ ਹੀ ਨਹੀਂ ਇਹਦੇ ਲਈ ਆਨਸਰੇਬਲ ਹੋਣਾ ਚਾਹੀਦਾ। ਅਸੀਂ ਜਦੋਂ ਪਰਸਨੈਲਿਟੀ ਬੇਸ ਮੋਦੀ ਨੂੰ ਪਰਸਨੈਲਿਟੀ ਬੇਸ ਬਣਾ ਕੇ ਲੜਾਇਆ, ਦੇਸ਼ ਦਾ ਦੇਖੋ ਕੀ ਹਾਲ ਹੋਇਆ। ਅਸੀਂ ਇੱਕ ਸਿਸਟਮ ਦੀ ਗੱਲ ਕਿਉਂ ਨਹੀਂ ਕਰਦੇ ਵੀ ਵੀ ਹੈਵ ਟੂ ਇੰਪਰੂਵ ਦਾ ਸਿਸਟਮ। ਇੱਕ ਬੰਦਾ ਦੁਨੀਆ ਦੇ ਉੱਤੇ ਕੋਈ ਚੀਜ਼ ਜਿਹੜੀ ਆ ਉਹ ਕੱਲਾ ਨਹੀਂ ਕਰ ਸਕਦਾ, ਉਹ ਕੋਈ ਸੁਪਰ ਹਿਊਮਨ ਬੀਇੰਗ ਨਹੀਂ ਆ। ਉਹ ਬੇਸਿਕਲੀ 24 ਘੰਟੇ ਹੀ ਆ ਉਹਦੇ 'ਚ ਸੌਣਾ ਵੀ ਆ, ਉਹਨੇ ਤਿਆਰ ਵੀ ਹੋਣਾ, ਉਹਨੇ ਕੰਮ ਵੀ ਕਰਨਾ, ਉਹਨੇ ਪੜ੍ਹਨਾ ਵੀ, ਉਹਨੇ ਡਿਸੀਜਨ ਵੀ ਲੈਣੇ। ਬਟ ਵਾਈ ਨਾਟ ਕਲੈਕਟਿਵਲੀ, ਵਾਈ ਨਾਟ ਏ ਬੰਚ ਆਫ ਪੀਪਲ? ਕਿਉਂ ਨਹੀਂ? ਕਿਉਂਕਿ ਜਦੋਂ ਅਸੀਂ ਪਰਸਨੈਲਿਟੀ ਬੇਸ ਅਸੀਂ ਕੰਮ ਕਰ ਲੈਂਦੇ ਆ, ਉਹਦੇ ਆਲੇ ਦੁਆਲੇ ਹਰ ਚੀਜ਼ ਸੈਂਟਰਲਾਈਜ਼ ਹੋ ਜਾਂਦੀ ਆ, ਉਹਦੇ ਵਿੱਚ ਗਲਤੀਆਂ ਦਾ ਹੋਣਾ ਸੁਭਾਵਿਕ ਹੈ। ਮੈਂ ਤਾਂ ਇਹ ਕਹਿੰਦਾ ਕਿ ਅਸੀਂ ਉਹ ਸਿਸਟਮ ਨੂੰ ਬਦਲੀਏ, ਉਹਦੇ ਸਿਸਟਮ ਦੇ ਵਿੱਚ ਬਦਲਾਅ ਕਰੀਏ। ਉਹਦੇ ਵਿੱਚ ਨਵਜੋਤ ਸਿੱਧੂ ਆ ਜਾਵੇ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆ ਜਾਵੇ। ਲੈਟ ਜਿਹੜੇ ਅਲੱਗ-ਅਲੱਗ ਕਪੈਸਿਟੀ ਵਾਲੇ ਬੰਦੇ ਹੈਗੇ ਆ। ਹੁਣ ਮੰਨ ਲਓ ਸਪੋਜ਼ ਮੈਂ ਪੁਲਿਸ ਦੇ ਵਿੱਚ ਥੋੜਾ ਬਹੁਤਾ ਰਿਹਾ, ਮੈਂ ਸਪੋਰਟਸ ਦੇ ਵਿੱਚ ਰਿਹਾ ਹੈਗਾ, ਕਈ ਫੀਲਡਾਂ ਮੇਰੀਆਂ ਨਹੀਂ ਹੈਗੀਆਂ, ਉਹਦੇ ਵਿੱਚ ਮੈਂ ਕਿੰਨਾ ਕੁ ਕੰਟਰੀਬਿਊਟ ਕਰ ਸਕਦਾ। ਲੈਟ ਦਾ ਐਕਸਪਰਟ ਓਪੀਨੀਅਨ ਪੋਰ ਇਨ ਕਮ ਇਨ ਸੋ ਦੈਟ ਦਾ ਬੈਸਟ ਡਿਸੀਜਨ ਕੈਨ ਬੀ ਟੇਕਨ। ਕਿਉਂ ਨਹੀਂ? ਅਸੀਂ ਡਰਦੇ ਕਿਸ ਕੰਮ ਲਈ ਆ? ਬਿਲਕੁਲ ਜੀ। ਕਿਉਂਕਿ ਜਿਹੜਾ ਬਿਊਰੋਕਰੈਟ ਆ, ਜਿਹੜਾ ਪੋਲੀਟੀਸ਼ੀਅਨ ਆ, ਉਹਦੇ ਵਿੱਚ ਕਿਤੇ ਨਾ ਕਿਤੇ ਉਹ ਫਾਈਲ ਘੁੰਮਦੀ ਰਹਿੰਦੀ ਆ। ਅੱਛਾ, ਵਾਈ ਨਾਟ ਐਕਸਪਰਟ ਓਪੀਨੀਅਨ? ਅਸੀਂ ਹੌਲੀ ਹੌਲੀ ਐਕਸਪਰਟ, ਤਾਂ ਤੁਸੀਂ ਪੱਤਰਕਾਰ ਹੋ, ਤੁਹਾਡਾ 10 ਸਾਲ ਦਾ ਤਜਰਬਾ, ਮੇਰਾ ਉਹ ਤਜਰਬਾ ਨਹੀਂ ਹੈਗਾ। ਸੋ ਇਸ ਕਰਕੇ ਜੇ ਤੁਹਾਡੀ ਫੀਲਡ ਦਾ ਕੋਈ ਕੁਐਸਚਨ ਆ, ਵਾਈ ਨਾਟ ਪੁੱਟ ਇਟ ਟੂ ਯੂ ਕਿ ਤੁਸੀਂ ਉਹਦਾ ਬੈਸਟ ਆਨਸਰ ਦਿਓ ਵੀ ਚਲੋ ਅਸੀਂ ਉਹਦੇ ਪਾਲਿਸੀ ਦੇ ਵਿੱਚ ਪਾ ਲਈਏ। ਸੁਨੀਲ ਜਾਖੜ ਜੋ ਕਾਂਗਰਸ ਦੇ ਪ੍ਰਧਾਨ ਹੈਗੇ ਨੇ ਪੰਜਾਬ ਕਾਂਗਰਸ ਦੇ, ਉਹਨਾਂ ਨੇ ਅਸਤੀਫਾ ਦਿੱਤਾ, ਸੁਖਜਿੰਦਰ ਸਿੰਘ ਰੰਧਾਵਾ ਨੇ ਅਸਤੀਫਾ ਦਿੱਤਾ, ਮਨਜ਼ੂਰ ਨਹੀਂ ਕੀਤਾ ਗਿਆ ਨਾ, ਤੇ ਲੋਕ ਇਹ ਸੋਚ ਰਹੇ ਨੇ ਕਿ ਸਭ ਕੁਝ ਡਰਾਮਾ ਹੋਇਆ। ਤੁਹਾਨੂੰ ਕੀ ਲੱਗਦਾ ਕਿ ਡਰਾਮਾ ਹੋਇਆ ਜਾਂ ਦਿਲੋਂ ਉਹਨਾਂ ਨੇ ਅਸਤੀਫਾ ਦਿੱਤਾ? ਦੇਖੋ ਜਿਹੜਾ ਦੇਖੋ ਆਲ ਦੋ ਸਾਡੇ ਸੁਨੀਲ ਜਾਖੜ ਜੀ ਜਿਹੜੇ ਪ੍ਰਧਾਨ ਹੈਗੇ ਆ, ਉਹ ਬੜੇ ਬੇਸਿਕਲੀ ਰਿਫਾਈਨਡ ਤੇ ਲਰਨਡ ਪਰਸਨ ਹੈਗੇ ਆ। ਉਹ ਕਿਤੇ ਨਾ ਕਿਤੇ ਪਾਰਟੀ ਦੀ ਛਵੀ ਨੂੰ ਬਚਾਉਂਦੇ ਹੋਏ ਕਈ ਵਾਰੀ ਅੰਦਰ ਗੱਲ ਉਹ ਕਹਿ ਦਿੰਦੇ ਆ, ਲੇਕਿਨ ਬਾਹਰ ਉਹ ਗੱਲ ਨਹੀਂ ਕਹਿੰਦੇ। ਮੈਨੂੰ ਲੱਗਦਾ ਕਿ ਜਿਹੜੀ ਜ਼ਾਬਤੇ ਦੇ ਵਿੱਚ ਵੀ ਹੈਗੀ ਆ। ਸੋ ਉਹਨਾਂ ਤੇ ਤਾਂ ਕੋਈ ਇਦਾਂ ਦੀ ਜਿਹੜੀ ਕੋਈ ਗੱਲ ਮੈਨੂੰ ਨਹੀਂ ਲੱਗਦਾ ਕੀਤੀ ਜਾ ਸਕਦੀ। ਤੇ ਬਾਕੀ ਤਾਂ ਸੁਖਜਿੰਦਰ ਰੰਧਾਵਾ ਨੂੰ ਤੁਸੀਂ ਪੁੱਛ ਸਕਦੇ ਆ ਵੀ ਹਾਂ ਵੀ ਉਹ ਕੀ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਟਿਆਲੇ ਤੋਂ ਜੇ ਚੋਣ ਲੜਨਾ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ ਆ ਕੇ ਲੜ ਸਕਦੇ ਨੇ, ਮੈਨੂੰ ਕੋਈ ਦਿੱਕਤ ਨਹੀਂ। ਨਾਲ ਹੀ ਉਹਨਾਂ ਨੇ ਇਹ ਵੀ ਕਹਿਤਾ ਕਿ ਨਵਜੋਤ ਸਿੰਘ ਸਿੱਧੂ ਸ਼ਾਇਦ ਆਮ ਆਦਮੀ ਪਾਰਟੀ ਵਿੱਚ ਜਾਣ ਬਾਰੇ ਵਿਚਾਰ ਕਰ ਰਹੇ ਨੇ। ਤੁਹਾਨੂੰ ਕੀ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਕਿਸ ਸੰਦਰਭ ਦੇ ਵਿੱਚ ਆਇਆ? ਮੈਨੂੰ ਲੱਗਦਾ ਦੇਖੋ ਇਦਾਂ ਦੀ ਗੱਲ ਕਰਨੀ ਨਹੀਂ ਚਾਹੀਦੀ। ਦੇਖੋ ਜੇ ਕੈਪਟਨ ਅਮਰਿੰਦਰ ਸਿੰਘ ਦੇ ਅਗੇਂਸਟ ਜੇ ਨਵਜੋਤ ਸਿੰਘ ਸਿੱਧੂ ਲੜਦੇ ਵੀ ਆ ਤਾਂ ਫਿਰ ਉਹ ਦੋਸ਼ੀਆਂ ਨੂੰ ਕਿਤੇ ਜਸਟਿਸ ਮਿਲ ਜਾਊਗਾ। ਦੇਖੋ ਐਂਡ ਆਫ ਦਾ ਡੇ ਆਪਾਂ ਗੱਲ ਤਾਂ ਜਸਟਿਸ ਦੀ ਗੱਲ ਕਰਦੇ ਆ ਨਾ। ਇਹ ਇੱਕ ਡਿਫਰੈਂਟ ਇਸ਼ੂ ਆ, ਉਹਨੂੰ ਡਿਫਰੈਂਟ ਪਾਸੇ ਨੂੰ ਲੈ ਕੇ ਜਾਣਾ ਮੈਨੂੰ ਨਹੀਂ ਲੱਗਦਾ ਇਸ ਮੁੱਦੇ ਤੋਂ ਸਾਨੂੰ ਪਰਾਂ ਹੋਣ ਦੀ ਗੱਲ ਹੈਗੀ ਆ। ਸਾਨੂੰ ਉਸ ਮੁੱਦੇ ਦੀ ਗੱਲ ਕਰੀਏ, ਉਹਦੇ ਵਿੱਚ ਆਉਣ ਵਾਲਾ ਸਮਾਂ ਦੱਸੂਗਾ ਕਿ ਕੌਣ ਕਿੱਥੇ ਖੜਦਾ, ਕੌਣ ਕਿੱਥੇ ਨਹੀਂ। ਮੁੱਦੇ ਦੀ ਗੱਲ ਕਰੀਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਉੱਤੇ ਕੈਪਟਨ ਸਾਹਿਬ ਨੇ ਵੋਟਾਂ ਮੰਗੀਆਂ ਕਿ ਅਸੀਂ ਇਨਸਾਫ ਦਵਾਵਾਂਗੇ, ਇਨਸਾਫ ਉਹ ਹਾਲੇ ਤੱਕ ਨਹੀਂ ਦਵਾ ਸਕੇ ਤੇ ਹੁਣ ਦੁਬਾਰਾ ਚੋਣਾਂ ਆ ਰਹੀਆਂ ਨੇ। ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ 2022 ਵਿੱਚ ਇਸੇ ਮੁੱਦੇ ਉੱਤੇ ਦੁਬਾਰਾ ਵੋਟਾਂ ਮੰਗੀਆਂ ਜਾਣਗੀਆਂ। ਜੇ ਇਨਸਾਫ ਨਹੀਂ ਮਿਲਦਾ 2022 ਤੋਂ ਪਹਿਲਾਂ, ਤੁਹਾਨੂੰ ਲੱਗਦਾ ਕਿ ਕਾਂਗਰਸ ਦਾ ਵੱਡਾ ਨੁਕਸਾਨ ਹੋ ਸਕਦਾ ਹੈ? ਨਹੀਂ, ਨੁਕਸਾਨ ਹੋਊਗਾ ਡੈਫੀਨੇਟਲੀ, ਪਰ ਮੈਂ ਇਹਨੂੰ ਇਹਦੇ ਨਾਲ ਨਹੀਂ ਜੋੜ ਕੇ ਦੇਖਦਾ। ਮੈਂ ਕਹਿੰਦਾ ਕਿ ਇਨਸਾਫ ਹੋਣਾ ਚਾਹੀਦਾ ਬੰਦਿਆਂ ਨੂੰ, ਉਹਨਾਂ ਨੂੰ ਜਿਹੜੀਆਂ ਗਰੀਬ ਫੈਮਲੀਜ਼ ਹੈਗੀਆਂ, ਜਿਨ੍ਹਾਂ ਦੀਆਂ ਭਾਵਨਾਵਾਂ ਨਾਲੇ ਬੇਸਿਕਲੀ ਖਿਲਵਾੜ ਹੋਇਆ, ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਮੇਰੀ ਗੱਲ ਤਾਂ ਇੰਨੀ ਹੈਗੀ ਆ। ਬਾਦਲਾਂ ਨੂੰ ਤੁਸੀਂ ਜੇਲ੍ਹ ਅੰਦਰ ਦੇਖਣਾ ਚਾਹੁੰਦੇ ਜਾਂ ਨਹੀਂ ਚਾਹੁੰਦੇ? ਦੇਖੋ ਬਾਦਲ, ਜੇ ਬਾਦਲਾਂ ਨੇ ਗਲਤੀ ਕੀਤੀ ਹੈ ਤਾਂ ਬਾਦਲ ਵੀ ਜਾਣ, ਕੋਈ ਹੋਵੇ ਜਿਹੜਾ ABCD ਕੋਈ ਹੋਵੇ। ਮੈਂ ਤਾਂ ਕਦੀ ਨਾ ਕਿਸੇ ਪਾਰਟੀਕੂਲਰ ਪਰਸਨ ਦੇ, ਨਾ ਕਿਸੇ ਪਾਰਟੀ ਦੇ, ਨਾ ਕਿਸੇ ਸੰਸਥਾ ਦੇ, ਮੈਂ ਤਾਂ ਇਹ ਕਹਿੰਦਾ ਜਿਹੜਾ ਜਿੰਨਾ ਕ੍ਰਾਈਮ ਕਰਦਾ ਉਨੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪ੍ਰਗਟ ਸਿੰਘ ਜੀ, ਆਖਰੀ ਸਵਾਲ, ਕੈਪਟਨ ਸਾਹਿਬ ਨੇ ਇੰਨਾ ਮੋਟਾ ਕਿਤਾਬਚਾ ਜਾਰੀ ਕਰਕੇ ਕਹਿ ਦਿੱਤਾ ਕਿ ਮੈਨੂੰ 85% ਦੀ ਅਸੀਂ ਵਾਅਦੇ ਹੈਗੇ ਨੇ ਪੂਰੇ ਕਰ ਦਿੱਤੇ ਨੇ। ਉਸ ਤੋਂ ਬਾਅਦ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਜੀ ਵਿਧਾਇਕਾਂ ਨੂੰ ਬੁਲਾ ਕੇ ਪੁੱਛਦੇ ਆਏ ਕਿ ਵਾਅਦੇ ਪੂਰੇ ਹੋਏ ਜਾਂ ਨਹੀਂ ਹੋਏ, ਮਤਲਬ ਕਿ ਉਹਨਾਂ ਨੂੰ ਵੀ ਕੈਪਟਨ ਸਾਹਿਬ ਉੱਤੇ ਸ਼ੱਕ ਸੀਗਾ ਕਿ ਵਾਅਦੇ ਪੂਰੇ ਹੋਏ ਜਾਂ ਨਹੀਂ। ਤੁਸੀਂ ਦੱਸੋ ਕਿ ਵਾਅਦੇ ਕਿੰਨੇ ਫੀਸਦੀ ਪੂਰੇ ਹੋਏ ਨੇ? ਕੁਝ ਟੈਕਨੀਕਲ ਚੀਜ਼ਾਂ ਹੁੰਦੀਆਂ। ਦੇਖੋ RDF 'ਚੋਂ ਪੈਸੇ ਆਏ, ਅਸੀਂ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਕਰਾਈ, ਸ਼ਹਿਰਾਂ ਦੇ ਵਿੱਚ ਵੀ ਅਸੀਂ ਬੇਸਿਕਲੀ ਜਿਹੜੇ ਡਿਵੈਲਪਮੈਂਟ ਕਰਾਈ ਹੈਗੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਬਟ ਉਹ ਚੀਫ ਮਿਨਿਸਟਰ ਦੇ ਲੈਵਲ ਦੇ ਇਸ਼ੂ ਨਹੀਂ ਹੁੰਦੇ।
ਚੀਫ ਮਿਨਿਸਟਰ ਦੇ ਲੈਵਲ ਦੇ ਇਸ਼ੂ ਡਿਫਰੈਂਟ ਹੁੰਦੇ ਆ ਜਿਹੜੇ ਡਿਸੀਜਨ ਲੈਣ ਦੀ ਜ਼ਰੂਰਤ ਹੁੰਦੀ ਆ। ਬਾਕੀ ਬੇਸਿਕਲੀ ਦੇਖੋ ਨੌਕਰੀਆਂ ਆਪਾਂ ਨੂੰ ਪਤਾ ਵੀ ਆਪਾਂ ਕਿੰਨੀਆਂ ਕੁ ਸਰਕਾਰੀ ਦੇ ਸਕਦੇ ਆ, ਕਿੰਨਾ ਕੁ ਚਲੋ ਉਹਨਾਂ ਨੂੰ ਚੈਨਲਾਈਜ਼ ਕਰ ਸਕਦੇ ਆ, ਕੀ ਕਿਸਾਨਾਂ ਨੂੰ ਕਿੰਨਾ ਕੁ ਗਿਆ, ਇਹ ਇਟ ਇਜ਼ ਏ ਮੈਟਰ ਆਫ ਰਿਕਾਰਡ। ਕੋਸ਼ਿਸ਼ ਕੀਤੀ ਆ ਸਰਕਾਰ ਨੇ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਬਟ ਜਿਹੜੇ ਸੀਐਮ ਲੈਵਲ ਦੇ ਫੈਸਲੇ ਹੁੰਦੇ ਆ ਜਾਂ ਸੀਐਮ ਲੈਵਲ ਦੇ ਜਿਹੜੇ ਕੰਮ ਕਰਨ ਦੀ ਜ਼ਰੂਰਤ ਹੁੰਦੀ ਆ ਉਹ ਡਿਫਰੈਂਟ ਹੁੰਦੇ ਆ। ਤੇ ਉਹ ਕੰਮ ਜਿਹੜੇ ਆ ਉਹ ਬੇਸਿਕਲੀ 5-6 ਮੈਂ ਤਾਂ 2019 ਦੇ ਵਿੱਚ ਆ ਚਿੱਠੀ ਲਿਖੀ ਸੀਗੀ, ਤੇ ਉਹ ਬੇਸਿਕਲੀ ਕਰਨ ਦੀ ਜ਼ਰੂਰਤ ਹੈਗੀ ਆ। ਜੇ ਹੁਣ ਵੀ ਕਰ ਲਈਏ ਤਾਂ ਹੁਣ ਵੀ ਸਾਡੀ ਪਰਸੈਪਸ਼ਨ ਠੀਕ ਹੋ ਜੂਗੀ, ਹੁਣ ਵੀ ਪਰਸੈਪਸ਼ਨ ਠੀਕ ਹੋ ਜੂਗੀ ਤਾਂ ਅਗਾਂਹ ਸੌਖੇ ਰਵਾਂਗੇ, ਸੌਖੇ ਵੀ ਰਵਾਂਗੇ ਆਉਣ ਵਾਲੇ ਸਮੇਂ ਲਈ। ਬੇਸਿਕਲੀ ਇਹ ਵੀ ਤਾਂ ਹੋ ਜੂਗਾ। ਗੱਲ ਇਹ ਨਹੀਂ ਹੁੰਦੀ ਚੋਣਾਂ ਜਿੱਤਣ ਦੀ ਜਾਂ ਚੋਣਾਂ ਹਾਰਨ ਦੀ, ਗੱਲ ਇਹ ਹੁੰਦੀ ਆ ਕਿ ਤੁਸੀਂ ਜਸਟਿਸ ਡਿਲੀਵਰ ਕਰੋ। ਕਿਸਾਨ ਅੰਦੋਲਨ ਦਾ ਪ੍ਰਭਾਵ ਸਿਆਸਤ ਉੱਤੇ ਨਜ਼ਰ ਆਊਗਾ 2022 ਦੇ ਵਿੱਚ? ਦੇਖੋ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਇਹੋ ਜਿਹੇ ਹੈਗੇ ਆ ਵੀ ਪੋਲੀਟੀਕਲ ਬੰਦੇ ਤੇ ਵਿਸ਼ਵਾਸ ਘਟ ਗਿਆ। ਆਮ ਲੋਕੀ ਆਪ ਮੁਹਾਰੇ ਹੋਈ ਜਾਂਦੇ ਆ ਔਰ ਉਹਦੇ ਵਿੱਚੋਂ ਹੀ ਇਹ ਕਿਸਾਨ ਮੂਵਮੈਂਟ ਹੈਗੀ ਆ। ਸੋ ਮੈਨੂੰ ਲੱਗਦਾ ਕਿ ਪੰਜਾਬ ਨੇ ਇਹ ਠੀਕ ਪਾਸੇ ਨੂੰ ਇਹ ਮੂਵਮੈਂਟ ਜਿਹੜੀ ਆ ਬੜੇ ਕਹਿ ਲਓ ਕਿ ਰਿਫਾਈਨਡ ਵੇ ਦੇ ਵਿੱਚ ਬੜੇ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਜਿਹੜਾ ਕੀਤਾ ਹੈਗਾ। ਔਰ ਮੈਨੂੰ ਲੱਗਦਾ ਕਿ ਮੋਦੀ ਸਰਕਾਰ ਨੂੰ ਮੰਨ ਕੇ ਇਹ ਕਹਿ ਦੇਣਾ ਚਾਹੀਦਾ ਕਿ ਇਹ ਮੈਂ ਤਾਂ ਆਪਣੇ ਵੱਲੋਂ ਤਾਂ ਕਿਸਾਨਾਂ ਦੀ ਭਲਾਈ ਲਈ ਇਹ ਕਾਨੂੰਨ ਲਿਆਂਦੇ ਸੀ, ਪਰ ਜੇ ਕਿਸਾਨ ਇਹਦੇ ਨਾਲ ਸਹਿਮਤ ਨਹੀਂ ਹੈਗੇ ਤਾਂ ਮੈਂ ਇਹਨੂੰ ਵਿਡਰਾਅ ਕਰਦਾ ਤੇ ਮੈਂ ਇੱਕ ਤੁਹਾਡੀ ਕਮੇਟੀ ਬਣਾ ਦਿੰਦਾ ਤੇ ਉਹਦੇ ਵਿੱਚ ਕੁਝ ਆਫੀਸਰ ਤੇ ਕੁਝ ਪੋਲੀਟੀਕਲ ਬੰਦੇ ਪਾ ਦਿੰਦਾ ਵੀ ਤਾਂ ਕਿ ਇਹਦਾ ਕੋਈ ਰਿਫਾਈਨਡ ਵੇ ਲੱਭ ਕੇ ਤਾਂ ਅਸੀਂ ਕਿਸਾਨਾਂ ਦੀ ਬਿਹਤਰੀ ਲਈ ਕੰਮ ਕਰੀਏ। ਸੋ ਮੈਨੂੰ ਨਹੀਂ ਲੱਗਦਾ, ਮੈਨੂੰ ਲੱਗਦਾ ਕਿਸਾਨਾਂ ਨੇ ਉੱਥੇ ਹੀ ਬੋਲੇ ਸੋ ਉਹਨੇ ਹਲ ਕਹਿਣ ਲੱਗ ਪੈਣਾ। ਲੇਕਿਨ ਸਾਨੂੰ ਅਸੀਂ ਇੰਨੇ ਰਿਜਿਡ ਨਹੀਂ ਹੋਣ ਦੀ ਜ਼ਰੂਰਤ ਹੈਗੀ ਵੀ ਸਾਡੇ ਕਿਸਾਨ ਜਿਹੜੇ ਆ ਇੰਨੇ ਸਮੇਂ ਤੋਂ ਜਿਹੜਾ ਸੰਘਰਸ਼ ਕਰਦੇ ਆ ਰਹੇ ਆ ਤੇ ਅਸੀਂ ਇਸ ਗੱਲ ਨੂੰ ਰੀਕਨਸਾਈਲ ਨਾ ਕਰ ਪਾਈਏ। ਰੀਕਨਸਾਈਲ ਕਰਨ ਦੀ ਜ਼ਰੂਰਤ ਹੈ, ਸਾਨੂੰ ਇੰਨੀ ਈਗੋ ਬਣਾਉਣ ਦੀ ਜ਼ਰੂਰਤ ਨਹੀਂ ਹੈ। ਪਰ ਕਿਸਾਨਾਂ ਦੀ ਜਿਹੜੀ ਇੱਛਾ ਹੈਗੀ ਤੁਸੀਂ ਉਸ ਨੂੰ ਵੀ ਸਮਝੋ। ਉਹ ਤੁਹਾਡੇ ਉੱਤੇ ਵੀ ਨਵਜੋਤ ਸਿੰਘ ਸਿੱਧੂ ਤੇ ਵੀ ਆਸਾ ਲਾਈ ਬੈਠੇ ਨੇ। ਉਹ ਤਾਂ ਇਹ ਕਹਿੰਦੇ ਨੇ ਕੋਈ ਕਿਸਾਨਾਂ ਦੇ ਵਿੱਚੋਂ ਪਾਰਟੀ ਉੱਭਰੇ ਤੇ ਇਹ ਬੰਦੇ ਅਗਵਾਈ ਕਰਦੇ ਨਜ਼ਰ ਆਉਣ। ਨਹੀਂ ਦੇਖੋ ਇੱਕ ਅਲੱਗ ਗੱਲ ਹੈਗੀ ਆ, ਲੇਕਿਨ ਜਿਹੜਾ ਕਿਸਾਨੀ ਦਾ ਇਸ਼ੂ ਆ ਮੈਂ ਤਾਂ ਉਹਦੀ ਗੱਲ ਕਰਦਾ। ਜੀ ਸ਼ੁਕਰੀਆ ਗੱਲਬਾਤ ਕਰਨ ਲਈ। ਸੋ ਇਹ ਸਨ ਪ੍ਰਗਟ ਸਿੰਘ ਜੀ, ਜਲੰਧਰ ਕੈਂਟ ਤੋਂ ਵਿਧਾਇਕ ਨੇ। ਕੈਪਟਨ ਅਮਰਿੰਦਰ ਸਿੰਘ ਦੀ ਨੀਅਤ ਉੱਤੇ ਉਹਨਾਂ ਨੂੰ ਵੀ ਸ਼ੱਕ ਹੈਗਾ। ਉਹਨਾਂ ਦਾ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਨੇ 85% ਜਿਹੜੇ ਵਾਅਦੇ ਕਹਿੰਦੇ ਨੇ ਪੂਰੇ ਹੋਏ ਨੇ, ਪੂਰੇ ਅਸਲ ਵਿੱਚ ਨਹੀਂ ਹੋਏ, ਪਰ ਵਾਅਦੇ ਕੁਝ ਕੁ ਪੂਰੇ ਅਸੀਂ ਜ਼ਰੂਰ ਕੀਤੇ ਹੈਗੇ ਨੇ। ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਮਸਲਾ ਹੈਗਾ ਉਸ ਨੂੰ ਲੈ ਕੇ ਸਰਕਾਰ ਲਗਾਤਾਰ ਘਿਰਦੀ ਜਾ ਰਹੀ ਹੈ। ਕਾਂਗਰਸ ਦੇ ਅੰਦਰ ਹੀ ਆਪਾਂ ਕਹੀਏ ਤਾਂ ਵਿਧਾਇਕਾਂ ਨੇ ਬਗਾਵਤ ਸ਼ੁਰੂ ਕਰ ਦਿੱਤੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਕਸੂਤੀ ਸਥਿਤੀ ਦੇ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਨੇ। ਚੰਡੀਗੜ੍ਹ ਤੋਂ ਕੈਮਰਾਮੈਨ ਵੇਦ ਰਾਮ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋਰਟ, ਹਮਦਰਦ ਟੀਵੀ।